ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਆਪਾਂ ਆਪਣੀ ਲਾਸਟ ਵੀਡੀਓ ਖਤਮ ਕੀਤੀ ਸੀਗੀ 15 ਨੰਬਰ ਕੁਐਸਚਨ ਇਫ ਯੂ ਹੈਵ ਹੈਡ ਯੂਰ ਡਰਾਈਵਰਸ ਲਾਇਸੈਂਸ ਫॉर ਲੈਸ ਦੈਨ 2 ਇਅਰਸ ਦੇ ਉੱਪਰ ਜੀ। ਤੇ ਕਰਦੇ ਹਾਂ ਜੀ ਅੱਜ ਦਾ ਟੈਸਟ ਸਟਾਰਟ ਬਿਨਾਂ ਕਿਸੇ ਦੇਰੀ ਤੋਂ। 16 ਨੰਬਰ ਕੁਐਸਚਨ ਹੈ ਜੀ ਸਾਡੇ ਕੋਲ ਦਾ ਸਾਈਨ ਇੰਡੀਕੇਟਸ ਦੈਟ ਦਾ ਰਾਈਟ ਲੇਨ, ਕਿ ਜਿਹੜਾ ਆਪਾਂ ਸਾਈਨ ਦੇਖਦੇ ਪਏ ਹਾਂ ਫੋਟੋ ਦੇ ਵਿੱਚ ਉਹ ਦੱਸ ਰਿਹਾ ਹੈਗਾ ਕਿ ਜਿਹੜੀ ਸੱਜੇ ਹੱਥ ਦੀ ਲੇਨ ਹੈਗੀ ਹੈ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਇਜ਼ ਓਬਲੀਗੇਟਰੀ ਫॉर 2 wheeled ਵਹੀਕਲਸ, ਬੀ ਹੈਗਾ ਇਜ਼ ਓਬਲੀਗੇਟਰੀ ਫॉर ਬਾਈਸਾਈਕਲਸ ਐਂਡ ਅਵੇਲੇਬਲ ਟੂ ਬੀ ਯੂਜ਼ਡ ਬਾਈ ਅਦਰ ਯੂਜ਼ਰਸ, ਅਤੇ ਸੀ ਹੈਗਾ ਕੈਨ ਬੀ ਓਨਲੀ ਯੂਜ਼ਡ ਬਾਈ ਬਾਈਸਾਈਕਲਸ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਜਿਹੜੀ ਇਹ ਲੇਨ ਹੈਗੀ ਹੈ ਸੱਜੇ ਹੱਥ ਵਾਲੀ ਕੈਨ ਬੀ ਓਨਲੀ ਯੂਜ਼ਡ ਬਾਈ ਬਾਈਸਾਈਕਲ, ਕਿ ਸਿਰਫ ਬਾਈਸਾਈਕਲ ਵੱਲੋਂ ਹੀ ਵਰਤੀ ਜਾ ਸਕਦੀ ਹੈ, ਇੱਥੇ ਕੋਈ ਹੋਰ ਵਹੀਕਲ ਨਹੀਂ ਜਾ ਸਕਦਾ ਹੈਗਾ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ ਲੋਡਿੰਗ ਆ ਵਹੀਕਲ, ਕਿ ਤੁਸੀਂ ਇੱਕ ਵਹੀਕਲ ਨੂੰ ਲੋਡ ਕਰਨਾ ਮਤਲਬ ਸਮਾਨ ਲੱਦਣਾ ਹੈ ਵਿਦ ਮੋਰ ਵੇਟ ਔਰ ਉਹਦੇ ਵਿੱਚ ਵੇਟ ਜ਼ਿਆਦਾ ਹੋ ਗਿਆ ਦੈਨ ਆਥੋਰਾਈਜ਼ਡ, ਜਿੰਨਾ ਕਿ ਆਥੋਰਾਈਜ਼ ਕੀਤਾ ਗਿਆ, ਜਿੰਨੀ ਕਿ ਆਗਿਆ ਹੈਗੀ ਹੈ ਉੱਥੇ ਉਹਦੇ ਉੱਪਰ ਲੱਦਣ ਦੀ। ਤਾਂ ਆਪਸ਼ਨ ਇਹਦੇ ਵਿੱਚ ਕਹਿ ਰਿਹਾ ਡਜ਼ ਨਾਟ ਅਫੈਕਟ ਰੋਡ ਸੇਫਟੀ ਐਟ ਆਲ, ਬੀ ਹੈਗਾ ਓਨਲੀ ਅਫੈਕਟਸ ਦਾ ਟਾਇਰਸ ਸੋ ਪ੍ਰੈਸ਼ਰ ਮਸਟ ਬੀ ਇਨਕਰੀਜ਼ਡ, ਅਤੇ ਸੀ ਹੈਗਾ ਅਫੈਕਟਸ ਐਕਸੀਲਰੇਸ਼ਨ ਬ੍ਰੇਕਿੰਗ ਐਂਡ ਦਾ ਸਟੇਬਿਲਿਟੀ ਆਫ ਦਾ ਵਹੀਕਲ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ, ਕਿ ਅਗਰ ਅਸੀਂ ਆਪਣੀ ਗੱਡੀ ਦੇ ਵਿੱਚ ਲੋੜ ਤੋਂ ਜ਼ਿਆਦਾ ਆਥੋਰਾਈਜ਼ ਤੋਂ ਜ਼ਿਆਦਾ ਸਮਾਨ ਲੱਦ ਲੈਂਦੇ ਹਾਂ ਤਾਂ ਉਹ ਅਫੈਕਟ ਕਰਦਾ, ਪ੍ਰਭਾਵਿਤ ਕਰਦਾ ਐਕਸੀਲਰੇਸ਼ਨ, ਮਤਲਬ ਕਿ ਜਿਹੜੀ ਗੱਡੀ ਦੀ ਸਪੀਡ ਹੈ, ਗੱਡੀ ਦੀ ਗਤੀ ਹੈ, ਜਾਂ ਗੱਡੀ ਦੀ ਆਪਾਂ ਜਦੋਂ ਰੇਸ ਦੇਣੀ ਹੈ ਉਸ ਚੀਜ਼ ਨੂੰ। ਬ੍ਰੇਕਿੰਗ ਮਤਲਬ ਕਿ ਜਦੋਂ ਆਪਾਂ ਬ੍ਰੇਕ ਲਗਾਉਣੀ ਹੈ ਉਹਦੇ ਉੱਪਰ ਪ੍ਰਭਾਵ ਪਾ ਸਕਦਾ, ਉਹ ਤੁਹਾਡੀ ਗੱਡੀ ਨੂੰ ਵੱਧ ਟਾਈਮ ਲੱਗ ਸਕਦਾ ਰੁਕਣ ਦੇ ਉੱਪਰ। ਐਂਡ ਸਟੇਬਿਲਿਟੀ ਦਾ ਮਤਲਬ ਹੁੰਦਾ ਸਥਿਰਤਾ, ਮਤਲਬ ਕਿ ਜਿਹੜਾ ਵਹੀਕਲ ਹੈ ਤੁਹਾਡਾ ਉਹ ਸਥਿਰ ਨਹੀਂ ਰਹੇਗਾ, ਉਹ ਡਾਵਾਂਡੋਲ ਹੋਏਗਾ, ਡਿੱਕੇ ਡੋਲੇ ਖਾਏਗਾ ਅਗਰ ਸਾਡਾ ਭਾਰ ਗੱਡੀ ਦਾ ਜ਼ਿਆਦਾ ਹੋਏਗਾ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 18 ਨੰਬਰ ਦਾ ਸਬ ਮੈਰੀਨ ਇਫੈਕਟ ਔਕਰਸ ਵੈਨ, ਕਿ ਸਬਮੈਰੀਨ ਇਫੈਕਟ ਕਦੋਂ ਵਾਪਰਦਾ ਹੈਗਾ। ਸਬਮੈਰੀਨ ਦਾ ਮਤਲਬ ਹੁੰਦਾ ਹੈ ਕਿ ਤੁਹਾਡੀ ਗੱਡੀ ਦੇ ਸੀਟ ਉੱਪਰ ਨਾ ਰੋਕ ਕੇ ਤੁਸੀਂ ਗੱਡੀ ਤੋਂ ਤਿਲਕ ਕੇ ਅੱਗੇ ਨੂੰ ਚਲੇ ਜਾਓ ਅਗਰ ਤੁਹਾਡਾ ਐਕਸੀਡੈਂਟ ਹੁੰਦਾ ਹੈ, ਜਾਂ ਇੱਕਦਮ ਤੁਸੀਂ ਕਿਤੇ ਤੁਹਾਨੂੰ ਬ੍ਰੇਕ ਲਗਾਉਣੀ ਪੈਂਦੀ ਹੈ ਇਸ ਤਰ੍ਹਾਂ ਦੇ ਹਾਲਾਤਾਂ ਵਿੱਚ। ਠੀਕ ਹੈ ਜੀ, ਤਾਂ ਆਪਸ਼ਨ ਇਹਦੇ ਵਿੱਚ ਕਹਿ ਰਿਹਾ ਸੀਟ ਬੈਲਟ ਇਜ਼ ਨਾਟ ਏਬਲ ਟੂ ਪ੍ਰੋਪਰਲੀ ਰਿਸਟ੍ਰੇਨਡ ਦਾ ਬੋਡੀ ਡਿਊਰਿੰਗ ਐਨ ਐਕਸੀਡੈਂਟ ਐਂਡ ਦਾ ਬੋਡੀ ਸਲਿਪਸ ਬਿਲੋ ਇਟ, ਬੀ ਹੈਗਾ ਦਾ ਹੈਡਰੈਸਟ ਇਜ਼ ਪੂਰਲੀ ਐਡਜਸਟਡ, ਤੇ ਸੀ ਹੈਗਾ ਦਾ ਡਿਸਟੈਂਸ ਟੂ ਦਾ ਏਅਰ ਬੈਗ ਇਜ਼ ਇਨਕੋਰੈਕਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਦਾ ਸੀਟ ਬੈਲਟ ਇਜ਼ ਨਾਟ ਏਬਲ ਟੂ ਪ੍ਰੋਪਰਲੀ ਰਿਸਟ੍ਰੇਨਡ, ਕਿ ਜਿਹੜੀ ਤੁਹਾਡੀ ਸੀਟ ਬੈਲਟ ਹੈਗੀ ਉਹ ਤੁਹਾਨੂੰ ਪ੍ਰੋਪਰ ਤਰੀਕੇ ਨਾਲ ਪਕੜ ਨਹੀਂ ਸਕਦੀ ਦਾ ਬੋਡੀ, ਤੁਹਾਡੀ ਬੋਡੀ ਨੂੰ, ਤੁਹਾਡੇ ਸਰੀਰ ਨੂੰ ਡਿਊਰਿੰਗ ਐਨ ਐਕਸੀਡੈਂਟ, ਇੱਕ ਐਕਸੀਡੈਂਟ ਦੇ ਦੌਰਾਨ, ਐਂਡ ਦਾ ਬੋਡੀ ਸਲਿਪਸ ਬਿਲੋ ਇਟ, ਔਰ ਤੁਹਾਡੀ ਜਿਹੜੀ ਬੋਡੀ ਹੈ ਉਹ ਤਿਲਕ ਜਾਏਗੀ ਹੇਠਾਂ ਨੂੰ। ਠੀਕ ਹੈ, ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਸਬਮਰੀਨ ਇਫੈਕਟ ਇਸ ਚੀਜ਼ ਨੂੰ ਬੋਲਦੇ ਹੈਗੇ ਜਦੋਂ ਇਸ ਤਰੀਕੇ ਨਾਲ ਤੁਹਾਡੀ ਬੋਡੀ ਖਿਸਕ ਜਾਏਗੀ, ਤਿਲਕ ਜਾਏਗੀ ਸੀਟ ਤੋਂ ਇਨ ਕੇਸ ਆਫ ਐਕਸੀਡੈਂਟ ਦੇ ਦੌਰਾਨ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 19 ਨੰਬਰ ਇਜ਼ ਇਟ ਕੰਪਲਸਰੀ, ਕਿ ਕੀ ਇਹ ਜ਼ਰੂਰੀ ਹੈਗਾ ਟੂ ਕੈਰੀ ਆ ਫਾਇਰ ਐਕਸਟਿੰਗੁਇਸ਼ਰ। ਫਾਇਰ ਐਕਸਟਿੰਗੁਇਸ਼ਰ ਕੀ ਹੁੰਦਾ ਹੈ, ਅੱਗ ਬੁਝਾਊ ਯੰਤਰ ਇਨ ਆ ਮੋਟਰ ਕਾਰ, ਇੱਕ ਮੋਟਰ ਕਾਰ ਵਿੱਚ ਮਤਲਬ ਕਿ ਨੋਰਮਲ ਕਾਰ ਦੇ ਵਿੱਚ, ਯੂਜ਼ਡ ਫॉर ਪ੍ਰਾਈਵੇਟ ਸਰਵਿਸ, ਜਿਹੜੀ ਕਿ ਆਪਾਂ ਵਰਤਦੇ ਹੈਗੇ ਹਾਂ ਪ੍ਰਾਈਵੇਟ ਸਰਵਿਸ ਮਤਲਬ ਘਰ ਵਾਸਤੇ। ਠੀਕ ਹੈ ਜੀ, ਤਾਂ ਉਹ ਕਹਿੰਦਾ ਵੀ ਤੁਹਾਨੂੰ ਕੀ ਜ਼ਰੂਰੀ ਹੈਗਾ ਵਾ ਇੱਕ ਅੱਗ ਬੁਝਾਊ ਯੰਤਰ ਲੈ ਕੇ ਚੱਲਣਾ ਇੱਕ ਕਾਰ ਦੇ ਵਿੱਚ ਜਿਹਨੂੰ ਕਿ ਤੁਸੀਂ ਘਰ ਵਾਸਤੇ ਵਰਤਦੇ ਹੋ, ਪ੍ਰਾਈਵੇਟ ਯੂਜ਼ ਵਾਸਤੇ ਵਰਤਦੇ ਹੈਗੇ ਹੋ। ਠੀਕ ਹੈ ਜੀ, ਆਪਸ਼ਨ ਏ ਕਹਿੰਦਾ ਨੋ, ਬੀ ਹੈਗਾ ਯੈਸ,
ਤੇ ਸੀ ਹੈਗਾ ਯੈਸ ਵੈਨ ਕੈਰਿੰਗ ਮੋਰ ਦੈਨ 5 ਪਰਸਨਸ ਇਨਕਲੂਡਿੰਗ ਦਾ ਡਰਾਈਵਰ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਨਹੀਂ, ਸਾਨੂੰ ਫਾਇਰ ਐਕਸਟਿੰਗੁਇਸ਼ਰ ਦੀ ਕੋਈ ਲੋੜ ਨਹੀਂ ਹੈਗੀ ਇੱਕ ਨੋਰਮਲ ਮੋਟਰ ਕਾਰ ਦੇ ਵਿੱਚ ਜਿਹੜੀ ਕਿ ਆਪਾਂ ਘਰ ਵਾਸਤੇ ਵਰਤਦੇ ਹੈਗੇ ਆ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 20 ਨੰਬਰ, ਵਾਟ ਡਜ਼ ਦਾ ਸਾਈਨ ਪੁਆਇੰਟ ਆਊਟ, ਕਿ ਜਿਹੜਾ ਆਪਾਂ ਸਾਈਨ ਦੇਖਦੇ ਹਾਂ ਕੀ ਪੁਆਇੰਟ ਆਊਟ ਕਰ ਰਿਹਾ ਹੈ, ਕਿਸ ਚੀਜ਼ ਬਾਰੇ ਦੱਸ ਰਿਹਾ ਹੈ। ਠੀਕ ਹੈ ਜੀ, ਆਪਸ਼ਨ ਏ ਕਹਿੰਦਾ ਸਟੀਪ ਅਸੈਂਡਿੰਗ ਸਲੋਪ, ਬੀ ਹੈਗਾ ਸਲਿਪਰੀ ਸਲੋਪ, ਤੇ ਸੀ ਹੈਗਾ ਸਟੀਪ ਡਿਸੈਂਡਿੰਗ ਸਲੋਪ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਇਹ ਜਿਹੜਾ ਹੈਗਾ ਹੈ ਇੱਕ ਸਟੀਪ ਡਿਸੈਂਡਿੰਗ ਸਲੋਪ, ਮਤਲਬ ਕਿ ਇੱਕ ਨਿਵਾਣ ਹੈਗੀ ਹੈ ਰੋਡ ਦੇ ਉੱਪਰ, ਰੋਡ ਥੱਲੇ ਨੂੰ ਜਾ ਰਿਹਾ ਹੈਗਾ। ਠੀਕ ਹੈ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 21 ਨੰਬਰ, ਵਿਚ ਵਹੀਕਲਸ ਮੇ ਆ ਕਾਰ ਓਵਰਟੇਕ, ਕਿ ਕਿਹੜੇ ਵਹੀਕਲਾਂ ਨੂੰ, ਕਿਹੜੇ ਵਾਹਨਾਂ ਨੂੰ ਇੱਕ ਕਾਰ ਓਵਰਟੇਕ ਕਰ ਸਕਦੀ ਹੈ ਈਵਨ ਐਂਟਰਿੰਗ ਦਾ ਔਨ ਕਮਿੰਗ ਲੇਨ, ਇੱਥੋਂ ਤੱਕ ਕਿ ਉਹਨੂੰ ਅਗਰ ਐਂਟਰ ਕਰਨਾ ਪਵੇ, ਔਨ ਕਮਿੰਗ ਲੇਨ ਕਿਹੜੀ ਹੈ, ਜਿਹੜੀ ਦੂਜਿਓਂ ਪਾਸਿਓਂ ਲੇਨ ਆ ਰਹੀ ਹੈ, ਆਪੋਜ਼ਿਟ ਲੇਨ ਵੀ ਬੋਲ ਦਿੰਦੇ ਉਹਨੂੰ ਆਪਾਂ। ਇਹਨਾਂ ਨੋ ਓਵਰਟੇਕਿੰਗ ਜ਼ੋਨ, ਔਰ ਜ਼ੋਨ ਕਿਹੜਾ ਵਾ, ਨੋ ਓਵਰਟੇਕਿੰਗ ਜ਼ੋਨ। ਆਪਸ਼ਨ ਇਹਦੇ ਵਿੱਚ ਕਹਿ ਰਿਹਾ ਐਨੀ ਸਲੋ ਮੂਵਿੰਗ ਬੱਸ ਔਰ ਟਰੱਕ, ਬੀ ਹੈਗਾ ਸਾਈਕਲਿਸਟ, ਤੇ ਸੀ ਹੈਗਾ ਐਨੀ ਟਰੱਕ। ਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ ਕਿ ਸਾਈਕਲਿਸਟ ਹੈ ਜਿਹੜੇ ਸਾਈਕਲ ਚਲਾਉਣ ਵਾਲੇ ਹੈਗੇ ਆ ਉਹਨਾਂ ਨੂੰ ਇੱਕ ਕਾਰ ਓਵਰਟੇਕ ਕਰ ਸਕਦੀ ਹੈ ਇੱਥੋਂ ਤੱਕ ਕਿ ਦੂਜੀ ਲੇਨ ਵਿੱਚ ਜਾ ਕੇ ਵੀ, ਔਰ ਨੋ ਓਵਰਟੇਕਿੰਗ ਜ਼ੋਨ ਦੇ ਵਿੱਚ ਵੀ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਬੀ ਜੀ। ਇੱਥੇ ਇੱਕ ਛੋਟਾ ਜਿਹਾ ਟਿਪ ਹੈਗਾ ਵਾ ਕਿ ਜਦੋਂ ਵੀ ਤੁਸੀਂ ਐਗਜ਼ਾਮ ਦੇਣਾ ਨਾ, ਅਤੇ ਐਗਜ਼ਾਮ ਦੇ ਵਿੱਚ ਤੁਹਾਨੂੰ ਜਿਵੇਂ ਫੋਟੋ ਤੋਂ ਥੋੜ੍ਹਾ ਕਲੀਅਰ ਹੋ ਰਿਹਾ ਕਿ ਹਾਂ ਵੀ ਬॉय ਸਾਈਕਲਾਂ ਨੂੰ ਹੈ ਨਾ ਓਵਰਟੇਕ ਕਰਦਾ ਪਿਆ, ਤਾਂ ਆਪਾਂ ਜੀ ਸਾਨੂੰ ਆਈਡੀਆ ਲੱਗ ਜਾਏਗਾ ਕਿ ਹਾਂ ਵੀ ਸਾਈਕਲਿਸਟ ਹੋ ਸਕਦਾ ਇਹਦਾ ਆਨਸਰ। ਤਾਂ ਇੰਨਾ ਜਦੋਂ ਈਜ਼ੀ ਆਨਸਰ ਤੁਹਾਨੂੰ ਲੱਭਦਾ ਹੋਵੇ ਤਾਂ ਤੁਹਾਨੂੰ ਫੋਟੋ ਦਿੱਤੀ ਹੀ ਨਹੀਂ ਜਾਵੇਗੀ। ਇਸ ਕਰਕੇ ਧਿਆਨ ਰੱਖਣਾ ਕਿ ਕੁਐਸਚਨ ਨੂੰ ਚੰਗੀ ਤਰ੍ਹਾਂ ਸਮਝ ਕੇ ਉਹਦਾ ਆਨਸਰ ਯਾਦ ਕਰਨਾ, ਨਾ ਕਿ ਫੋਟੋ ਵਾਲਾ ਦੇਖ ਕੇ ਆਪਾਂ ਆਨਸਰ ਦੇਣ ਦੀ ਟਰਾਈ ਕਰਨੀ ਹੈਗੀ ਹੈ। ਠੀਕ ਹੈ ਜੀ, ਅਤੇ ਚੱਲਦੇ ਹਾਂ ਜੀ ਆਪਣੇ ਅਗਲੇ ਕੁਐਸਚਨ 'ਤੇ ਜੀ। 22 ਨੰਬਰ ਕੁਐਸਚਨ ਹੈ ਸਾਡੇ ਕੋਲ, ਡਜ਼ ਲੋਡ ਡਿਸਟਰੀਬਿਊਸ਼ਨ, ਲੋਡ ਮਤਲਬ ਜਿਹੜਾ ਆਪਾਂ ਸਮਾਨ ਲੱਦਿਆ ਵਾ ਉਹਦਾ ਡਿਸਟਰੀਬਿਊਸ਼ਨ ਮਤਲਬ ਉਹਨੂੰ ਆਪਾਂ ਵੰਡਣਾ ਵਾ ਇਹਨਾਂ ਵਹੀਕਲ, ਇੱਕ ਗੱਡੀ ਵਿੱਚ ਅਫੈਕਟ ਫਿਊਲ ਕੰਜ਼ੰਪਸ਼ਨ, ਕੀ ਉਹ ਪ੍ਰਭਾਵਿਤ ਕਰਦਾ ਵਾ ਤੇਲ ਦੀ ਖਪਤ, ਮਤਲਬ ਕਿ ਜਦੋਂ ਆਪਾਂ ਇੱਕ ਭਾਰ ਲੱਦਦੇ ਹਾਂ ਗੱਡੀ ਦੇ ਵਿੱਚ ਅਤੇ ਉਹਦਾ ਲੱਦਿਆ ਜਾਣਾ, ਮਤਲਬ ਅਗਰ ਸਹੀ ਤਰੀਕੇ ਨਾਲ ਨਹੀਂ ਲੱਦਿਆ ਤਾਂ ਉਹ ਪ੍ਰਭਾਵ ਪਾਏਗਾ ਤੇਲ ਦੀ ਖਪਤ ਉੱਪਰ। ਆਪਸ਼ਨ ਇਹ ਕਹਿੰਦਾ ਨੋ, ਓਨਲੀ ਸਪੀਡ ਅਫੈਕਟਸ ਫਿਊਲ ਕੰਜ਼ੰਪਸ਼ਨ, ਬੀ ਹੈਗਾ ਨੋ, ਓਨਲੀ ਦਾ ਟਾਈਪ ਆਫ ਵਹੀਕਲ ਅਫੈਕਟਸ ਕੰਜ਼ੰਪਸ਼ਨ, ਤੇ ਸੀ ਹੈਗਾ ਯੈਸ ਵਿਚ ਇਜ਼ ਵਾਈ ਇਟ ਇਜ਼ ਵੈਰੀ ਇੰਪੋਰਟੈਂਟ ਟੂ ਲੋਡ ਦਾ ਵਹੀਕਲ ਕਰੈਕਟਲੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਸੀ ਜੀ ਕਿ ਹਾਂ ਲੋਡ ਹੈ ਜਿਹੜਾ ਉਹਦਾ ਡਿਸਟਰੀਬਿਊਸ਼ਨ ਪ੍ਰਭਾਵਿਤ ਕਰੇਗਾ ਤੇਲ ਦੀ ਖਪਤ ਨੂੰ, ਵਿਚ ਇਜ਼ ਵਾਈ ਇਸ ਕਰਕੇ ਇਟ ਇਜ਼ ਵੈਰੀ ਇੰਪੋਰਟੈਂਟ, ਬਹੁਤ ਮਹੱਤਵਪੂਰਨ ਹੈਗਾ ਟੂ ਲੋਡ ਦਾ ਵਹੀਕਲ ਕਰੈਕਟਲੀ, ਕਿ ਅਸੀਂ ਆਪਣੇ ਵਹੀਕਲ ਨੂੰ, ਆਪਣੀ ਗੱਡੀ ਨੂੰ ਸਹੀ ਤਰੀਕੇ ਨਾਲ ਲੋਡ ਕਰੀਏ, ਕਰੈਕਟ ਤਰੀਕੇ ਨਾਲ ਲੋਡ ਕਰੀਏ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਸੀ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 23 ਨੰਬਰ, ਦਾ ਰੈਡ ਕਾਰ ਇਜ਼ ਗੋਇੰਗ ਟੂ ਟਰਨ ਲੈਫਟ, ਕਿ ਜਿਹੜੀ ਆਪਾਂ ਫੋਟੋ 'ਚ ਦੇਖ ਰਹੇ ਹਾਂ ਲਾਲ ਰੰਗ ਦੀ ਕਾਰ ਉਹ ਖੱਬੇ ਹੱਥ ਮੁੜਨ ਜਾ ਰਹੀ ਹੈ। ਕੈਨ ਯੂ ਟਰੈਵਲ ਔਨ ਦਾ ਹਾਰਡ ਸ਼ੋਲਡਰ, ਤਾਂ ਕੀ ਤੁਸੀਂ ਟਰੈਵਲ ਕਰ ਸਕਦੇ ਹੋ, ਜਾ ਸਕਦੇ ਹੋ ਹਾਰਡ ਸ਼ੋਲਡਰ ਦੇ ਉੱਪਰ। ਟੂ ਓਵਰਟੇਕ ਦਾ ਕਾਰ, ਅਗਰ ਅਸੀਂ ਕਾਰ ਨੂੰ ਓਵਰਟੇਕ ਕਰਨਾ ਹੈ ਔਨ ਦਾ ਰਾਈਟ ਸੱਜੇ ਹੱਥ ਤੋਂ। ਹਾਰਡ ਸ਼ੋਲਡਰ ਦਾ ਕਲੀਅਰ ਹੈ ਨਾ ਸਾਰਿਆਂ ਨੂੰ ਕਿ ਜਿਹੜੀ ਆਪਾਂ ਲਾਲ ਚਿੱਟੇ ਰੰਗ ਦੀ ਪੱਟੀ ਦੇਖ ਰਹੇ ਹਾਂ ਸੱਜੇ ਹੱਥ, ਉਸ ਤੋਂ ਬਾਹਰ ਵਾਲਾ ਹਿੱਸਾ ਉਹ ਹੈਗਾ ਹਾਰਡ ਸ਼ੋਲਡਰ, ਔਰ ਇਕੱਲਾ ਸ਼ੋਲਡਰ ਵੀ ਕਿਹਾ ਜਾ ਸਕਦਾ ਉਹਨੂੰ। ਠੀਕ ਹੈ ਜੀ, ਆਪਸ਼ਨ ਕਹਿੰਦਾ ਨੋ ਬਿਕੋਜ਼ ਇਟ ਇਜ਼ ਫੋਰਬਿਡਨ ਟੂ ਟਰੈਵਲ ਔਨ ਦਾ ਹਾਰਡ ਸ਼ੋਲਡਰ, ਬੀ ਹੈਗਾ ਨੋ ਬਿਕੋਜ਼ ਦਾ ਟਰੱਕ ਡਜ਼ ਨੋਟ ਲੈਟ ਮੀ ਸੀ, ਅਤੇ ਸੀ ਹੈਗਾ ਯੈਸ ਬਿਕੋਜ਼ ਇਟ ਇਜ਼ ਅ ਜੰਕਸ਼ਨ ਵਿਦ ਪ੍ਰਾਇਓਰਟੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ ਕਿ ਨਹੀਂ ਉਹ
नहीं जा सकता हार्ड शोल्डर के उपर ओवरटेक करने के लिए, बिकॉज क्योंकि इट इज़ फॉरबिडन, इस चीज़ की मनाही हैगी है टू ट्रैवल ऑन द हार्ड शोल्डर, कि सानू हार्ड शोल्डर के उपर जाने की मनाही हैगी है, आपां वो लाइन नू क्रॉस नहीं कर सकते चिट्टे रंग की लाइन नू। ठीक है जी, तो इस करके इत्थे साडा आंसर हो गया जी ऑप्शन ए जी। नैक्सट क्वेश्चन है जी साडे कोल 24 नंबर, प्रिवेंटिव मेनटेनेंस ऑफ द व्हीकल। प्रिवेंटिव मेनटेनेंस की हुंदी आ कि असी जिहड़ा आपां गड्डी दी कह लो कि खराब होने तो पहला ही उहदी चैकअप करते रहने आ, उहदी जांच करते रहने आ, वो हुंदी आ प्रिवेंटिव मेनटेनेंस ऑफ द व्हीकल इज़ एसेंशियल, की मतलब कहंदा मेनटेनेंस जरूरी हैगी है व्हीकल दी। ऑप्शन ए कहंदा टू प्रिवेंट एक्सीडेंट कॉज्ड बाई मैकेनिकल फेलियर, टू सैट अप एक्सैसरीज, ते सी हैगा टू इंप्रूव एरोडायनामिक्स ऑफ द व्हीकल। तो यदा आंसर है जी साडे कोल ऑप्शन ए जी, कि हाँ इदां दी प्रिवेंटिव मेनटेनेंस सानू जरूरी हैगी है टू प्रिवेंट एक्सीडेंट, कि एक्सीडेंट तो बचन दे लई कॉज्ड बाई मैकेनिकल फेलियर, कि जेड़े तकनीकी फेल दे करके जां मतलब तकनीकी खराबी दे करके जिहड़े हुंदे एक्सीडेंट उन्हां तो बचन दे लई सानू इदां दी मेनटेनेंस जरूरी हैगी आ। तां इस करके इत्थे साडा आंसर हो गया जी ऑप्शन ए जी। नैक्सट क्वेश्चन है जी साडे कोल 25 नंबर, इन दिस इंटरसैक्शन, कि इस चौराहे दे उपर, इस चौरस्ते दे उपर विद नो साइनेज, और बिना किसी साइन तो, मतलब कोई साइन नहीं लगा होया भी किहदी पहल आ किहदी नहीं हैगी। शुड द ड्राइवर याइल्ड टू द साइकलिस्ट, तां की मतलब ड्राइवर है जिहड़ा गड्डी दा उन्नू राह देना बनदा है साइकलिस्ट नू। याइल्ड दा की मतलब आ राह देना। ठीक है जी, ऑप्शन ए हैगा यस बिकॉज दे आर अप्रोचिंग फ्रॉम द राइट, बी हैगा यस बिकॉज टू व्हील्ड व्हीकल्स ऑलवेज हैव राइट ऑफ वे, तो सी है नो बिकॉज मोटर व्हीकल्स हैव राइट ऑफ वे ओवर टू व्हील्ड साइकल्स। तो यदा आंसर है जी साडे कोल ऑप्शन ए जी, कि हाँ साइकिल वाले नू राह देना पएगा ड्राइवर नू। रीज़न की है बिकॉज क्योंकि दे आर अप्रोचिंग, कि वह पहुँच रहा है फ्रॉम द राइट, कि वह सज्जे हत्थ तो पहुँच रहा है। इत्थे किहड़ा रूल लागू हो रहा है राइट ऑफ वे दा, कि अगर कोई साइन चौराहे के उपर नहीं होएगा, इंटरसैक्शन के उपर नहीं होएगा, तो जिहड़ा भी सज्जे पासे तो आ रहा होएगा, चाहे वह साइकिल है चाहे वह गड्डी है, उसकी हमेशा पहल होएगी। ठीक है जी, तो इस करके इत्थे साडा आंसर हो गया जी ऑप्शन ए जी। नैक्सट क्वेश्चन है जी साडे कोल फॉर प्रिवेंटिव ड्राइविंग। प्रिवेंटिव ड्राइविंग हुंदी है कि बच के चलना, जां मतलब कि कोई गलती तो बिना ड्राइविंग करना। इज़ इट एनफ, कि ये काफ़ी हैगा जस्ट टू ऑब्जर्व द रूल, कि असी ऑब्जर्व करिए, असी ध्यान रखिए रूल्स का। ठीक है जी, ऑप्शन हैगा नो इट मस्ट बी रिमेंबर्ड दैट अनदर ड्राइवर मे कमिट एन ऑफेंस, बी हैगा यस द रिस्क इज़ ज़ीरो इफ़ द रोड रूल्स आर ऑब्जर्वड, तो सी हैगा यस इट इज़ कंपलसरी टू ऑब्जर्व द रूल्स। तो यदा आंसर है जी साडे कोल ऑप्शन ए जी, कि नहीं ये काफ़ी नहीं हैगा कि असी सिर्फ ऑब्जर्व करिए रूल्स नू, ध्यान रखिए रूल्स का। इट मस्ट बी रिमेंबर्ड, यह याद रखा जाना चाहिए है दैट के अनदर ड्राइवर, एक होर ड्राइवर मे कमिट एन ऑफेंस, कि वह एक गलती कर सकता है, कानून की उलंघना कर सकता है। ऑफेंस का मतलब होंदा कानून की उलंघना करना या कोई गुनाह करना। तो अदर ड्राइवर कौन, अनदर ड्राइवर मतलब कौन, कि कोई होर गड्डी का ड्राइवर है ना। ठीक है जी, तो इस करके सानू मतलब ये भी चीज़ां ध्यान च रखनियां चाहिदियां हैगियां वा। प्रिवेंटिव ड्राइविंग जो करनी है, बच के चलने वाली ड्राइविंग करनी है, इदां दी ड्राइविंग करनी जिहदे विच एक्सीडेंट साडा ना होवे। ठीक है जी, तो इस करके इत्थे साडा आंसर हो गया जी ऑप्शन ए जी। नैक्सट क्वेश्चन है जी साडे कोल 27 नंबर, डज द पेडेस्ट्रीयन वॉक अवे। पेडेस्ट्रीयन वॉक वे की होंदा है जिथे कि पेडेस्ट्रीयन के चलने की राह बनया होंदा है। पेडेस्ट्रीयन क्रॉसिंग भी बोल देंगे आपां नूं, और जैबरा क्रॉसिंग भी बोल दईदा है।
ਗ੍ਰਾਂਟ ਰਾਈਟ ਆਫ ਵੇ, ਤਾਂ ਕੀ ਉਹ ਉਹਨੂੰ ਗਰੰਟੀ ਦਿੰਦੀ ਹੈ ਜਾਂ ਉਹਨਾਂ ਨੂੰ ਪੱਕਾ ਕਰਦੀ ਹੈ ਕਿ ਉਹਨਾਂ ਦੀ ਪਹਿਲ ਹੈਗੀ ਹੈ। ਰਾਈਟ ਆਫ ਵੇ ਮਤਲਬ ਪਹਿਲ ਹੋਣਾ। ਆਪਸ਼ਨ ਏ ਹੈ ਜੀ ਯੈਸ ਆਲਵੇਜ਼। ਬੀ ਹੈਗਾ ਓਨਲੀ ਵੈਨ ਦਾ ਪੈਡਸਟਰੀਅਨ ਕ੍ਰੋਸਿੰਗ ਇਜ਼ ਰੈਗੂਲੇਟਡ ਬਾਈ ਅ ਟ੍ਰੈਫਿਕ ਲਾਈਟ, ਅਤੇ ਸੀ ਹੈਗਾ ਨੈਵਰ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਹਾਂ ਆਲਵੇਜ਼ ਹਮੇਸ਼ਾ ਜਿਹੜੇ ਪੈਡਸਟਰੀਅਨ ਹੈਗੇ ਉਹਨਾਂ ਨੂੰ ਪਹਿਲ ਹੁੰਦੀ ਹੈ ਪੈਡਸਟਰੀਅਨ ਵਾਕਵੇ ਦੇ ਉੱਪਰ, ਪੈਡਸਟਰੀਅਨ ਕ੍ਰੋਸਿੰਗ ਦੇ ਉੱਪਰ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 28 ਨੰਬਰ। ਵਾਟ ਡਜ਼ ਦਿਸ ਸਾਈਨ ਇੰਡੀਕੇਟ, ਕਿ ਜਿਹੜਾ ਇਹ ਸਾਈਨ ਆਪਾਂ ਦੇਖ ਰਹੇ ਹਾਂ ਫੋਟੋ ਵਿੱਚ, ਇਹ ਕੀ ਇੰਡੀਕੇਟ ਕਰ ਰਿਹਾ ਹੈ, ਕੀ ਦੱਸ ਰਿਹਾ ਹੈ। ਆਪਸ਼ਨ ਏ ਹੈਗਾ ਐਂਡ ਆਫ ਓਬਲੀਗੇਟਰੀ ਮਿਨੀਮਮ ਸਪੀਡ, ਬੀ ਹੈਗਾ ਐਂਡ ਆਫ ਰਿਕਮੈਂਡਡ ਮੈਕਸੀਮਮ ਸਪੀਡ, ਅਤੇ ਸੀ ਹੈਗਾ ਐਂਡ ਆਫ ਸਪੀਡ ਲਿਮਿਟ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਇਹਦੇ ਨਾਲ ਐਂਡ ਹੋ ਰਿਹਾ ਹੈ, ਖਾਤਮਾ ਹੋ ਰਿਹਾ ਹੈ ਓਬਲੀਗੇਟਰੀ ਮਤਲਬ ਜ਼ਰੂਰੀ ਮਿਨੀਮਮ ਸਪੀਡ, ਕਿ ਸਾਨੂੰ ਘੱਟ ਤੋਂ ਘੱਟ ਜਿੰਨੀ ਸਪੀਡ ਰੱਖਣੀ ਚਾਹੀਦੀ ਸੀ ਇਸ ਰੋਡ ਦੇ ਉੱਪਰ, ਇੱਥੇ 70 ਦੀ ਸਪੀਡ, ਉਹ ਹੁਣ ਜਿਹੜੀ ਹੈਗੀ ਆ ਚੀਜ਼ ਖਤਮ ਹੋ ਗਈ ਆ। ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 29 ਨੰਬਰ। ਇਫ ਦਾ ਡਰਾਈਵਰ ਆਫ ਦਾ ਵਹੀਕਲ, ਕਿ ਅਗਰ ਜਿਹੜਾ ਡਰਾਈਵਰ ਹੈਗਾ ਇੱਕ ਵਹੀਕਲ ਦਾ ਇਨ ਫਰੰਟ ਆਫ ਯੂ, ਤੁਹਾਡੇ ਤੋਂ ਅੱਗੇ, ਐਕਟੀਵੇਟਸ ਦਾ ਬ੍ਰੇਕ ਲਾਈਟਸ, ਐਕਟੀਵੇਟ ਮਤਲਬ ਚਲਾਉਂਦਾ ਹੈ ਬ੍ਰੇਕ ਲਾਈਟਾਂ, ਜਿਹੜੀਆਂ ਤੁਹਾਡੀਆਂ ਬ੍ਰੇਕ ਜਦੋਂ ਨੱਪਦੇ ਆਪਾਂ ਲਾਈਟਾਂ ਜਗਦੀਆਂ, ਉਹ ਅ ਫਿਊ ਟਾਈਮਸ ਕੁਛ ਵਾਰੀ ਇਨ ਅ ਰੋ, ਇੱਕੋ ਰੋ ਦੇ ਵਿੱਚ, ਇੱਕੋ ਲਾਈਨ ਦੇ ਵਿੱਚ, ਹੈ ਨਾ। ਵਾਟ ਡਜ਼ ਇਟ ਇੰਡੀਕੇਟ, ਤਾਂ ਉਹ ਕੀ ਦੱਸ ਰਿਹਾ ਹੈ। ਠੀਕ ਹੈ ਜੀ। ਆਪਸ਼ਨ ਏ ਕਹਿੰਦਾ ਦਾ ਕਾਰ ਵਿਲ ਸਲੋ ਡਾਊਨ ਕੰਸੀਡਰੇਬਲੀ, ਬੀ ਹੈਗਾ ਦੈਟ ਟ੍ਰੈਫਿਕ congestion require you to drive on the shoulder, ਅਤੇ ਸੀ ਹੈ ਜੀ that there is a traffic jam 1 kilometer away। ਤਾਂ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਏ ਜੀ, ਕਿ ਜਿਹੜੀ ਕਾਰ ਹੈ ਉਹ ਸਲੋ ਡਾਊਨ ਹੋਏਗੀ, ਮਤਲਬ ਕਿ ਹੌਲੀ ਹੋਏਗੀ, ਕੰਸੀਡਰੇਬਲੀ ਕਿ ਬਹੁਤ ਜ਼ਿਆਦਾ। ਤਾਂ ਇਸ ਜਦੋਂ ਉਹ ਇੱਦਾਂ ਬ੍ਰੇਕਾਂ ਵਾਰ-ਵਾਰ ਨੱਪੇਗਾ ਕੋਈ ਵੀ ਤੁਹਾਡੀ ਤੋਂ ਅੱਗੇ ਗੱਡੀ ਵਾਲਾ, ਤਾਂ ਉਹ ਵਾਰ-ਵਾਰ ਬ੍ਰੇਕਾਂ ਨੱਪ ਕੇ ਜਿਹੜੀਆਂ ਲਾਈਟਾਂ ਜਗਦੀਆਂ, ਉਹਦੇ ਨਾਲ ਤੁਹਾਨੂੰ ਇਹ ਦੱਸਣਾ ਚਾਹ ਰਿਹਾ ਕਿ ਮੇਰੀ ਜਿਹੜੀ ਕਾਰ ਹੈ ਉਹ ਬਹੁਤ ਜ਼ਿਆਦਾ ਸਲੋ ਹੋਣ ਜਾ ਰਹੀ ਹੈ, ਹੌਲੀ ਹੋਣ ਜਾ ਰਹੀ ਹੈ, ਤਾਂ ਤੁਸੀਂ ਵੀ ਆਪਣੀ ਮਤਲਬ ਗੱਡੀ ਧਿਆਨ ਨਾਲ ਚਲਾ ਕੇ ਹੌਲੀ ਕਰ ਲਵੋ। ਠੀਕ ਹੈ ਜੀ, ਤਾਂ ਇਸ ਕਰਕੇ ਇੱਥੇ ਸਾਡਾ ਆਨਸਰ ਹੋ ਗਿਆ ਜੀ ਆਪਸ਼ਨ ਏ ਜੀ। ਨੈਕਸਟ ਕੁਐਸਚਨ ਹੈ ਜੀ ਸਾਡੇ ਕੋਲ 30 ਨੰਬਰ। ਇਫ ਦਾ ਡਰਾਈਵਰਸ ਡਰਾਈਵਿੰਗ ਇਫ ਯੂਰ ਡਰਾਈਵਰਸ ਲਾਇਸੈਂਸ ਇਜ਼ ਈਅਰ ਓਲਡ, ਕਿ ਅਗਰ ਤੁਹਾਡਾ ਡਰਾਈਵਿੰਗ ਲਾਇਸੈਂਸ ਹੈ ਜਿਹੜਾ 1 ਸਾਲ ਪੁਰਾਣਾ ਹੈ। ਵਾਟ ਇਜ਼ ਦਾ ਮੈਕਸੀਮਮ ਰੇਟ ਆਫ ਅਲਕੋਹਲ ਅਲਾਉਡ, ਤਾਂ ਤੁਹਾਨੂੰ ਵੱਧ ਤੋਂ ਵੱਧ ਕੀ ਜਿਹੜਾ ਅਲਕੋਹਲ ਦਾ ਲੈਵਲ ਹੈਗਾ, ਰੇਟ ਹੈਗਾ ਵਾ, ਅਲਾਓ ਹੈਗਾ ਵਾ, ਆਗਿਆ ਹੈਗੀ ਹੈ। ਆਪਸ਼ਨ ਏ ਹੈਗਾ 0.30 ਮਿਲੀਗ੍ਰਾਮਸ ਆਫ ਐਲਕੋਹਲ ਪਰ ਲੀਟਰ ਆਫ ਐਕਸੇਲਡ ਏਅਰ, ਬੀ ਹੈਗਾ 0.50 ਮਿਲੀਗ੍ਰਾਮ ਆਫ ਐਲਕੋਹਲ ਪਰ ਲੀਟਰ ਆਫ ਐਕਸੇਲਡ ਏਅਰ, ਅਤੇ ਸੀ ਹੈਗਾ 0.25 ਮਿਲੀਗ੍ਰਾਮਸ ਆਫ ਐਲਕੋਹਲ ਪਰ ਲੀਟਰ ਆਫ ਐਕਸਹੇਲਡ ਏਅਰ ਜੀ। ਅਤੇ ਇਹਦਾ ਆਨਸਰ ਹੈ ਜੀ ਸਾਡੇ ਕੋਲ ਆਪਸ਼ਨ ਬੀ ਜੀ, ਕਿ 0.15 ਮਿਲੀਗ੍ਰਾਮ, ਕਿ 0.15 ਮਿਲੀਗ੍ਰਾਮ ਦੀ ਜਿਹੜੀ ਅਲਕੋਹਲ ਹੈਗੀ ਹੈ ਉਹ ਪੀ ਕੇ ਸਾਨੂੰ ਚਲਾਉਣ ਦੀ ਆਗਿਆ ਹੈਗੀ ਹੈ ਜਦੋਂ ਸਾਡਾ ਲਾਇਸੈਂਸ 1 ਸਾਲ ਪੁਰਾਣਾ ਹੈਗਾ। ਠੀਕ ਹੈ ਜੀ, ਤਾਂ ਇਸ ਦੇ ਨਾਲ ਹੀ ਆਪਣਾ ਇਹ ਵੀ ਟੈਸਟ ਇੱਥੇ ਖਤਮ ਹੁੰਦਾ ਜੀ 40 ਨੰਬਰ। ਅਤੇ ਵੀਡੀਓ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦ। ਅਗਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ, ਔਰ ਅਗਰ ਕੋਈ ਕੁਐਸਚਨ ਨਹੀਂ ਸਮਝ ਆਇਆ ਤਾਂ ਮੈਨੂੰ ਤੁਸੀਂ ਕਮੈਂਟਸ ਵਿੱਚ ਪੁੱਛ ਸਕਦੇ ਹੋ, ਅਤੇ ਆਪਣੇ ਫਰੈਂਡਸ ਨਾਲ ਵੀ ਜ਼ਰੂਰ ਸ਼ੇਅਰ ਕਰੋ ਅਗਰ ਕੋਈ ਲਾਇਸੈਂਸ ਕਰਨਾ ਚਾਹੁੰਦਾ ਹੈਗਾ। ਤਾਂ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਦੇ ਵਿੱਚ ਇੱਕ ਹੋਰ ਟੈਸਟ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ ਜੀ।